ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠੋ। ਵਿਛੜਿਆ ਮੇਲਾ ਪ੍ਰਭੂ ਹਰ ਦਰਗਹ ਕਾ ਵਸੀਠ। ਹਰ ਨਾਮੋ ਮੰਤਰ ਦ੍ਰਿੜਾਇਂਦਾ ਕਟੇ ਹਉ ਮੈਂ ਰੋਗ। ਨਾਨਕ ਸਤਿਗੁਰ ਦਿਨਾ ਮਿਲਾਇਆ ਜਿਨ ਧੁਰੋਂ ਪਿਆ ਸੰਜੋਗ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹਾਂ ਜੀ ਦੀ ਜੋਤ ਹਾਜ਼ਰ ਨਾਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਤਿਗੁਰਾਂ ਦੇ ਸਨਮੁਖ ਹਜ਼ੂਰੀ ਅੰਦਰ ਜੁੜ ਬੈਠੀ गुरु प्यारी गुरु सवारी गुरु की साजी साज के निवाजी गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलों दे नाल मन विरतियां कागर करके जुड़ करके बहन दी कृपालता करिए समय और सुआसां नूं सफला करिए। सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करना करिए। आप संगत ने जो हुण तक लड़ीवार शब्द विचार कथा गुरबाणी सरवण करना कीती है विचार इथों तक सी कि जिस वेले सतगुरु गुरु गोबिंद सिंह महाराज दसम पातशाह सतगुरु जी कलगीधर जी ने किरपा कीती। ਉਹ ਭੰਗਾਣੀ ਦੇ ਜੰਗ ਯੁੱਧ ਦੇ ਵਿੱਚੋਂ ਸਤਿਗੁਰੂ ਦੀ ਕਿਰਪਾ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਸਿੱਖਾਂ ਸਮੇਤ ਫਤਿਹ ਪ੍ਰਾਪਤ ਕੀਤੀ ਹੈ। ਉਹ ਜਿਹੜਾ ਇਧਰੋਂ ਸ਼੍ਰੀਨਗਰ ਦਾ ਰਾਜਾ ਫਤਿਹ ਸ਼ਾਹ ਵੱਡੀ ਗਿਣਤੀ ਵਿੱਚ ਫੌਜ ਲੈ ਕੇ ਆਇਆ ਸੀ। ਮਨ ਵਿੱਚ ਭੁਲੇਖਾ ਸੀ ਕਿ ਸਤਿਗੁਰੂ ਜੀ ਤੋਂ ਜਿੱਤ ਪ੍ਰਾਪਤ ਕਰ ਲਵਾਂਗਾ, ਫਤਿਹ ਪ੍ਰਾਪਤ ਕਰ ਲਵਾਂਗਾ, ਪਰ ਮਨ ਦੀ ਮਨ ਵਿੱਚ ਹੀ ਰਹਿ ਗਈ। ਮਸਾਂ ਜਾਨ ਬਚਾ ਕੇ ਭੱਜਣ ਦੀ ਵਿਚਾਰ ਪ੍ਰਾਪਤ ਹੋਈ ਹੈ। ਹੁਣ ਕਾਫੀ ਵੱਡੀ ਤਾਦਾਦ ਦੇ ਵਿੱਚ ਇਹਨਾਂ ਦੀ ਫੌਜ ਮਾਰ ਦਿੱਤੀ ਹੈ, ਮੌਤ ਦੇ ਘਾਟ ਉਤਾਰ ਦਿੱਤੀ। ਜਿਹੜੇ ਬਚ ਗਏ ਨੇ ਜਿਨ੍ਹਾਂ ਨੂੰ ਪਤਾ ਕਿ ਹੁਣ ਸਾਡਾ ਕਦਾਚਿਤ ਕੁਝ ਬਣਨਾ ਨਹੀਂ, ਬਟਿਆ ਨਹੀਂ ਜਾਣਾ, ਕੋਈ ਫਤਿਹ ਪ੍ਰਾਪਤ ਨਹੀਂ ਹੋਣੀ, ਕੁਝ ਨਹੀਂ ਪ੍ਰਾਪਤ ਹੋਣਾ, ਉਹ ਕਹਿੰਦੇ ਡਰ ਦੇ ਮਾਰੇ ਭੱਜ ਗਏ ਨੇ ਆਪਣੀ ਜਾਨ ਨੂੰ ਬਚਾ ਕੇ। ਤੇ ਇਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਸਮ ਪਾਤਸ਼ਾਹ ਸਤਿਗੁਰੂ ਜੀ ਨੇ ਜਦੋਂ ਫਤਿਹ ਪ੍ਰਾਪਤ ਕੀਤੀ ਬੜੀਆਂ ਖੁਸ਼ੀਆਂ ਮਨਾਈਆਂ, ਬੜਾ ਆਨੰਦ ਪ੍ਰਾਪਤ ਹੋਇਆ। ਸਿੱਖਾਂ ਦੇ ਮਨ ਦੇ ਵਿੱਚ ਬੜਾ ਅਨੋਖੇ ਪ੍ਰਕਾਰ ਦਾ ਜਜ਼ਬਾ ਪ੍ਰਾਪਤ ਹੋਇਆ। ਇਧਰ ਜੰਗ ਜਿੱਤ ਕੇ ਹੁਣ ਜਿਹੜੇ ਸਿੱਖਾਂ ਦੇ ਸ਼ਹੀਦ ਹੋਏ ਸਰੀਰ ਹੈ ਉਹਨਾਂ ਨੂੰ ਸਰੀਰਾਂ ਨੂੰ ਚੁੱਕ ਕੇ ਸਤਿਗੁਰੂ ਜੀ ਨੇ ਪੌਂਟਾ ਸਾਹਿਬ ਦੀ ਧਰਤੀ ਤੇ ਲਿਜਾ ਕੇ ਬੜੇ ਅਦਬ ਸਤਿਕਾਰ ਦੇ ਨਾਲ ਸੰਸਕਾਰ ਕਰ ਦਿੱਤਾ। ਤੇ ਜਿਹੜੇ ਸਿੱਖ ਰਹਿ ਗਏ ਨੇ ਦਰੁਸਤ ਨੇ ਉਹਨਾਂ ਨੇ ਸਤਿਗੁਰ ਦੇ ਬਾਣੇ ਨੂੰ ਮੰਨ ਕੇ ਇੱਕ ਪਾਸੇ ਤੇ ਆਨੰਦ ਮਾਣਿਆ ਸਤਿਗੁਰ ਦਾ, ਦੂਜੇ ਪਾਸੇ ਵੀ ਮਨ ਦੇ ਵਿੱਚ ਵਿਚਾਰ ਹੈ ਕਿ ਸਤਿਗੁਰ ਦੇ ਅਨੰਨ ਪਿਆਰੇ ਸਿੱਖ ਸੇਵਕ ਭਾਈ ਸੰਗੋ ਸ਼ਾਹ ਵਰਗੇ ਸ਼ਹੀਦ ਹੋ ਗਏ ਨੇ।
ਤੇ ਸਤਿਗੁਰ ਦੇ ਅਨੰਨ ਪਿਆਰੇ ਸਿੱਖ ਸੇਵਕ ਜਿਹੜੇ ਬੁੱਧੂ ਸ਼ਾਹ, ਉਹਨਾਂ ਦੇ ਪੁੱਤਰ ਸ਼ਹੀਦ ਹੋ ਗਏ ਨੇ। 4 ਪੁੱਤਰ ਲੈ ਕੇ ਆਏ ਸਨ ਤੇ ਸਤਿਗੁਰੂ ਜੀ ਦੇ ਸਨਮੁਖ ਉਹ 4 ਪੁੱਤਰ ਜੰਗ ਯੁੱਧ ਦੇ ਵਿੱਚ ਜਦੋਂ ਲੈ ਕੇ ਆਏ, ਉਹਨਾਂ ਵਿੱਚੋਂ 1-2 ਸ਼ਹੀਦ ਹੋ ਗਏ ਨੇ, ਬਾਕੀ ਬਚ ਗਏ। ਤੇ ਸਤਿਗੁਰ ਦੇ ਸਨਮੁਖ ਬੜੀ ਖੁਸ਼ੀ ਵੀ ਹੈ, ਮਨ ਦੇ ਵਿੱਚ ਇਹ ਵੀ ਹੈ ਕਿ ਸਾਡੇ ਨਾਲ ਦੇ ਵਿਛੜ ਗਏ ਨੇ, ਪਰ ਫੇਰ ਵੀ ਮਨ ਨੂੰ ਦਿਲਾਸਾ ਦੇ ਰਹੇ ਨੇ, ਮਨਾ ਜਿਹੜੇ ਸਾਥੋਂ ਵਿਛੜੇ ਗਏ ਨੇ, ਸ਼ਹੀਦ ਹੋ ਗਏ ਨੇ, ਉਹ ਗੁਰੂ ਨਾਨਕ ਦੇ ਦਰ ਕਰ ਉਹਨਾਂ ਦਾ ਜੀਵਨ ਲੇਖੇ ਲੱਗ ਗਿਆ। ਕਿਉਂਕਿ ਸਤਿਗੁਰ ਦੇ ਲੇਖੇ ਜੀਵਨ ਲੱਗ ਜੇ ਤੋਂ ਵੱਡੀ ਹੋਰ ਕੋਈ ਗੱਲ ਹੋ ਹੀ ਨਹੀਂ ਸਕਦੀ, ਇਹ ਤੋਂ ਵੱਡੇ ਉੱਤਮ ਭਾਗ ਹੋ ਨਹੀਂ ਸਕਦੇ, ਸ਼ੁਭ ਕਰਮ ਹੋ ਨਹੀਂ ਸਕਦੇ, ਕਿਉਂਕਿ ਸਤਿਗੁਰ ਜੀ ਲੇਖੇ ਵਿੱਚ ਲਾ ਲੈਣ ਇਸ ਜੀਵਨ ਨੂੰ। ਜਿਵੇਂ ਭਗਤ ਕਬੀਰ ਜੀ, ਵਾਹਿਗੁਰੂ ਭਗਤ ਰਵਿਦਾਸ ਜੀ ਫਰਮਾਉਂਦੇ ਆ ਨਾ, ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਬੜੇ ਚਰਨੋਂ ਵਿਛੜੇ ਸੀ ਸਤਿਗੁਰ ਜੀ, ਆ ਜਨਮ ਤੁਹਾਡੇ ਲੇਖੇ ਲਾਉਣਾ ਚਾਹੁੰਦੇ ਆ, ਤੇ ਜਨਮ ਨੂੰ ਲੇਖੇ ਲਾ ਲਓ। ਇਦਾਂ ਜੇ ਸਤਿਗੁਰੂ ਆਪ ਹੀ ਕਿਰਪਾ ਕਰ ਦੇਣ, ਕਹਿਣ ਦੀ ਲੋੜ ਹੀ ਨਾ ਪਵੇ, ਇਦਾਂ ਜਨਮ ਜੀਵਨ ਆਪ ਹੀ ਲੇਖੇ ਲਾ ਦੇਣ, ਤੇ ਕਿੱਡੇ ਵੱਡੇ ਆਨੰਦ ਦੀ ਪ੍ਰਾਪਤੀ ਹੈ। ਹੁਣ ਸਤਿਗੁਰ ਦੇ ਸਨਮੁਖ ਸਿੱਖਾਂ ਨੇ ਬੜਾ ਜਸ਼ਨ ਮਨਾਇਆ, ਬੜੀ ਖੁਸ਼ੀ ਮਨਾਈ ਹੈ। ਅਕਾਲ ਪੁਰਖ ਪ੍ਰਮਾਤਮਾ ਦਾ ਧੰਨਵਾਦ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੱਡਾ ਦੀਵਾਨ ਸਜਾਇਆ। ਉਸ ਵਕਤ ਵੱਡੇ ਪੱਧਰ ਤੇ ਕੜਾਹ ਪ੍ਰਸ਼ਾਦੀ ਦੇਗ ਤਿਆਰ ਕਰਕੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਸਤਿਗੁਰੂ ਜੀ ਇਹ ਫਤਿਹ ਤੁਹਾਡੀ ਹੈ, ਤੁਸੀਂ ਫਤਿਹ ਝੋਲੀ ਪਾਈ ਹੈ, ਪਹਿਲੀ ਫਤਿਹ ਪ੍ਰਾਪਤ ਹੋਈ ਪਹਿਲੀ ਜੰਗ ਦੇ ਵਿੱਚ। ਹੁਣ ਵੱਡਾ ਦੀਵਾਨ ਸਜਾ ਕੇ ਸਤਿਗੁਰੂ ਜੀ ਵਿਰਾਜਮਾਨ ਹੋਏ। ਜਿਸ ਦੀਵਾਨ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਵੱਡੀ ਸੰਗਤ ਵੱਡੇ ਇਕੱਠ ਦੇ ਰੂਪ ਦੇ ਵਿੱਚ ਇਕੱਤਰ ਹੋਈ ਹੈ, ਉਸ ਪੜਾਅ ਦੇ ਵਿੱਚ ਰਾਗੀ, ਕਥਾਵਾਚਕ, ਗੁਰੂ ਨਾਨਕ ਦੇ ਦਰ ਕਰਦੇ ਕਵੀਸ਼ਰੀ, ਢਾਡੀ ਜਥੇ ਬੇਅੰਤ ਸਤਿਗੁਰ ਦੇ ਸਨਮੁਖ ਪਹੁੰਚੇ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸਤਤ ਦੇ ਵਿੱਚ ਬੇਅੰਤ ਇਦਾਂ ਦੇ ਜੋ ਵਾਰਾਂ ਦੇ ਗਾਇਨ ਕੀਤੇ ਨੇ, ਕਵਿਸ਼ਰੀਆਂ ਦੇ ਰੂਪ ਦੇ ਵਿੱਚ ਉਹਨਾਂ ਨੇ ਕਵਿਤਾ ਬਣਾ ਕੇ ਗਾਇਨ ਕੀਤੀਆਂ, ਸਤਿਗੁਰ ਦੀ ਉਸਤਤ ਕੀਤੀ ਹੈ। ਤੇ ਜਿਹੜੇ ਸਿੱਖ ਸੂਰਮੇ ਸਤਿਗੁਰ ਦੇ ਸਨਮੁਖ ਸੰਗਤ ਸਤਿਗੁਰ ਦੀ ਇਦਾਂ ਸਤਿਗੁਰ ਦੇ ਸਨਮੁਖ ਪਹੁੰਚ ਕੇ ਸੁਣਦੇ ਆ ਨਾ, ਸਰਵਣ ਕਰਦੇ ਆ, ਉਹਨਾਂ ਦੇ ਮਨ ਵਿੱਚ ਬੜਾ ਆਨੰਦ ਪ੍ਰਾਪਤ ਹੁੰਦਾ। ਜੰਮਿਆ ਹੋਇਆ ਨਸਾਂ ਵਿੱਚ ਖੂਨ ਖੌਲਦਾ ਏ, ਇਦਾਂ ਸਤਿਗੁਰ ਦੀ ਕਿਰਪਾ ਹੁੰਦੀ। ਤੇ ਹੁਣ ਸਤਿਗੁਰ ਨੇ ਵਿਚਾਰ ਕੀਤੀ, ਭਾਈ ਸਿੱਖੋ ਬਈ ਜਿਨ੍ਹਾਂ ਜਿਨ੍ਹਾਂ ਨੇ ਜੰਗੇ ਮੈਦਾਨ ਦੇ ਵਿੱਚ ਸਤਿਗੁਰ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ, ਜੀ ਜਾਨ ਲਾ ਕੇ ਯੁੱਧ ਕਰਨਾ ਕੀਤਾ, ਬੈਰੀਆਂ ਨੂੰ ਮੌਤ ਦੇ ਘਾਟ ਉਤਾਰਨ ਕੀਤਾ, ਉਹਨਾਂ ਨੂੰ ਅਸੀਂ ਖੁਸ਼ ਹੋ ਕੇ ਇਨਾਮ ਦੇਣੇ ਚਾਹੁੰਦੇ ਆ, ਇਨਾਮ ਦਿੱਤੇ ਜਾਣਗੇ। ਉਸ ਵੇਲੇ ਸਤਿਗੁਰ ਨੇ ਸਭ ਤੋਂ ਪਹਿਲੇ ਆਪਣੇ ਕੇਸਰੀ ਰੰਗ ਦੀ ਦਸਤਾਰ ਸਜਾਈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਕੇਸਰੀ ਦਸਤਾਰ ਸਜਾ ਕੇ ਉੱਤੇ ਜਿਗਾ ਕਲਗੀ ਸਜਾਈ ਹੈ। ਕਲਗੀ ਸਜਾ ਕੇ ਸਤਿਗੁਰ ਨੇ ਲੰਮਾ ਚੋਲਾ ਪਹਿਨਿਆ, ਮੋਤੀਆਂ ਦੀ ਮਾਲਾ ਪਹਿਨਣਾ ਕੀਤੀ ਹੈ, ਹੱਥ ਵਿੱਚ ਬਾਜ ਪਕੜਿਆ ਸਤਿਗੁਰ ਦੇ, ਕਮਰ ਕਸਾ ਕੀਤਾ, ਕਿਰਪਾਨ ਪਹਿਨਣਾ ਕੀਤੀ ਹੈ ਸਤਿਗੁਰੂ ਜੀ ਨੇ। ਉਪਰੰਤ ਤੀਰਾਂ ਦਾ ਪੱਥਾ ਸਤਿਗੁਰ ਦੇ ਕੋਲ, ਚੂੜੀਦਾਰ ਪਜਾਮਾ ਪਹਿਨਿਆ, ਬਹੁਤ ਸੁੰਦਰ, ਪੈਰਾਂ ਦੇ ਵਿੱਚ ਜੋੜਾ ਪਹਿਨਣਾ ਕੀਤਾ ਸਤਿਗੁਰੂ ਜੀ ਨੇ। ਹੁਣ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੀਵਾਨ ਵਿੱਚ ਸਜੇ, ਦਾੜਾ ਪ੍ਰਕਾਸ਼ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਨੂਰ ਹੈ ਦਗ ਦਗ ਕਰਦਾ, ਚਿਹਰਾ ਚੱਲਿਆ ਨਹੀਂ ਜਾ ਰਿਹਾ, ਪ੍ਰਤਾਪ ਬਹੁਤ ਹੈ। ਸਤਿਗੁਰੂ ਜੀ ਵੀਰ ਰਸ ਦੇ ਵਿੱਚ ਆਏ ਨੇ, ਉਸ ਵਕਤ ਸੰਗਤਾਂ ਦੇ ਉੱਤੇ ਬਖਸ਼ਿਸ਼ਾਂ ਕਰ ਲੱਗੇ, ਖੁਸ਼ੀ ਵੀ ਬਹੁਤ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਦਾਂ ਜਦੋਂ ਵਿਰਾਜਮਾਨ ਹੋਏ ਨਾ ਪਿਆਰਿਓ, ਸੰਗਤਾਂ ਦਾ ਵੱਡਾ ਇਕੱਠ ਹੈ, ਖੁਸ਼ੀ ਬਹੁਤ ਹੈ।
ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਭ ਤੋਂ ਪਹਿਲੇ ਆਪਣੇ ਅਨਨ ਸਿੱਖ ਸੇਵਕਾਂ ਨੂੰ ਬੁਲਾਇਆ, ਜਿਨ੍ਹਾਂ ਨੇ ਜਥੇ ਲੈ ਕੇ ਜੀ ਜਾਨ ਲਾ ਕੇ ਜੰਗ ਮੈਦਾਨ ਦੇ ਵਿੱਚ ਫਤਿਹ ਪ੍ਰਾਪਤ ਕਰਨ ਦੀ ਵਿਚਾਰ ਕੀਤੀ ਹੈ। ਸਭ ਤੋਂ ਪਹਿਲੇ ਪੀਰ ਬੁੱਧੂ ਸ਼ਾਹ ਨੂੰ ਬੁਲਾਇਆ। ਪੀਰ ਬੁੱਧੂ ਸ਼ਾਹ ਉਸ ਵਕਤ ਸਤਿਗੁਰੂ ਜੀ ਕਹਿੰਦੇ ਤੁਸੀਂ ਬਹੁਤ ਵੱਡੀ ਦਲੇਰੀ ਦਿਖਾਈ ਹੈ ਬਈ। ਪੀਰ ਬੁੱਧੂ ਸ਼ਾਹ ਨੂੰ ਸਤਿਗੁਰੂ ਨੇ ਸ਼ਾਬਾਸ਼ ਧੰਨਤਾ ਕਿਹਾ, ਅਨੇਕ ਪ੍ਰਕਾਰ ਦੇ ਹੀਰੇ ਜਵਾਹਰਾਤ ਦਿੱਤੇ ਸਤਿਗੁਰੂ ਜੀ ਨੇ ਇਨਾਮ ਵਜੋਂ। ਉਸ ਤੋਂ ਉਪਰੰਤ ਕਿਰਪਾਲ ਮਹੰਤ ਨੂੰ ਬੁਲਾਇਆ। ਕਿਰਪਾਲ ਮਹੰਤ ਨੂੰ ਬੁਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਜਿਹੜੀ ਦਸਤਾਰ ਸੀ ਉਹ ਅੱਧੀ ਦਸਤਾਰ ਦਿੱਤੀ ਹੈ। ਕਹਿਣ ਲੱਗੇ ਮਹੰਤ ਜੀ ਤੁਸੀਂ ਬਹੁਤ ਵੱਡਾ ਰੋਲ ਅਦਾ ਕੀਤਾ ਹੈ ਜੰਗ ਮੈਦਾਨ ਦੇ ਵਿੱਚ, ਬੈਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਗੁਰੂ ਨਾਨਕ ਦੇ ਦਰਕਾਰ ਦੇ ਵਿੱਚੋਂ ਬਖਸ਼ਿਸ਼ ਪ੍ਰਾਪਤ ਕੀਤੀ ਹੈ। ਲਓ ਤੁਹਾਨੂੰ ਅਸੀਂ ਅੱਧੀ ਦਸਤਾਰ ਦਿੰਨੇ ਆ, ਹੁਣ ਇਹ ਦਸਤਾਰ ਤੁਸੀਂ ਪ੍ਰਾਪਤ ਕਰਕੇ ਨਿਰਮਲੇ ਪੰਥ ਦੀ ਜਿਹੜੀ ਵਿਚਾਰ ਪ੍ਰਾਪਤ ਕੀਤੀ ਹੈ, ਤੁਹਾਡੇ ਤੇ ਸਤਿਗੁਰੂ ਨਾਨਕ ਦੇ ਦਰਕਾਰ ਦੀ ਬਖਸ਼ਿਸ਼ ਰਹਿਮਤ ਵਰਤੇਗੀ। ਤੁਸੀਂ ਇਹ ਸਭ ਕੁਝ ਪ੍ਰਾਪਤ ਕਰਕੇ ਆਪਣੇ ਪੰਥ ਦੇ ਵਿੱਚ ਨਾਮ ਜਪਣਾ ਜਪਾਉਣਾ, ਸੰਗਤਾਂ ਨੂੰ ਜੋੜਨਾ, ਵੱਧ ਤੋਂ ਵੱਧ ਇਸ ਪੰਥ ਨੂੰ ਆਪਣੇ ਕਾਇਮ ਕਰਨਾ, ਸਤਿਗੁਰੂ ਨਾਨਕ ਦੀ ਦਰਕਾਰ ਦੇ ਤੁਹਾਡੇ ਤੇ ਕਿਰਪਾ ਵਰਤੇਗੀ। ਸਤਿਗੁਰੂ ਜੀ ਸਦਾ ਅੰਗ ਸੰਗ ਵਰਤਣਗੇ ਤੁਹਾਡੇ। ਉਸ ਵਕਤ ਕਿਰਪਾਲ ਮਹੰਤ ਨੂੰ ਇਦਾਂ ਦਾ ਰੁਤਬਾ, ਇਦਾਂ ਦੇ ਬਚਨਾਂ ਦੇ ਨਾਲ ਨਿਵਾਜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੇਕ ਪ੍ਰਕਾਰ ਦਾ ਉਸ ਵਕਤ ਕਿਰਪਾਲ ਮਹੰਤ ਦਾ ਧੰਨਵਾਦ ਕੀਤਾ, ਸ਼ਾਬਾਸ਼ ਆਖਿਆ। ਕਹਿੰਦੇ ਭਾਈ ਤੁਸੀਂ ਜੀ ਜਾਨ ਲਾ ਕੇ ਲੜੇ ਹੋ, ਤੁਹਾਡੇ ਤੇ ਸਤਿਗੁਰੂ ਨਾਨਕ ਦੀ ਕਿਰਪਾ। ਉਪਰੰਤ ਭਾਈ ਦਇਆ ਰਾਮ ਨੂੰ ਬੁਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਭਾਈ ਦਇਆ ਰਾਮ ਪ੍ਰੋਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਉਹਨੂੰ ਬੁਲਾਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਇੱਕ ਢਾਲ ਸੀ ਜਿਹੜੀ ਜੰਗ ਮੈਦਾਨ ਦੇ ਵਿੱਚ ਸਤਿਗੁਰੂ ਨੇ ਵਰਤੀ। ਉਹ ਢਾਲ ਦਇਆ ਰਾਮ ਨੂੰ ਦੇ ਕੇ ਸਤਿਗੁਰੂ ਨੇ ਬਚਨ ਕੀਤੇ, ਭਾਈ ਦਇਆ ਰਾਮ ਬਈਆ ਢਾਲ ਸਾਂਭ ਕੇ ਰੱਖੀ, ਇਹ ਢਾਲ ਤੈਨੂੰ ਦਿੰਨੇ ਆ, ਤੇਰੇ ਕੋਲੋਂ ਇਹ ਢਾਲ ਵਿਸਰੇ ਨਾ, ਤੇਰੇ ਵੰਸ਼ ਵਿੱਚ, ਤੇਰੇ ਆਉਣ ਵਾਲੀ ਪੀੜ੍ਹੀ ਵਿੱਚ ਰਵੇਗੀ। ਤੇ ਜਿਹੜਾ ਵੀ ਇਹ ਢਾਲ ਦੇ ਦਰਸ਼ਨ ਕਰੇਗਾ, ਜਿਵੇਂ ਅਸੀਂ ਇਹ ਢਾਲ ਦਾ ਸਹਾਰਾ ਲੈ ਕੇ ਪਾਪੀਆਂ ਨੂੰ ਨਜ਼ਦੀਕ ਨਹੀਂ ਨਾ ਆਉਣ ਦਿੱਤਾ, ਤੇ ਜਿਹੜਾ ਮਨੁੱਖ ਇਹ ਢਾਲ ਦਾ ਸਹਾਰਾ ਲੈ ਕੇ ਦਰਸ਼ਨ ਕਰੇਗਾ ਉਹਦੇ ਨਜ਼ਦੀਕ ਦੁੱਖ ਤਕਲੀਫ ਨਹੀਂ ਆਉਣਗੇ, ਕਿਸੇ ਪ੍ਰਕਾਰ ਉਹਨੂੰ ਦੁੱਖ ਨਹੀਂ ਪ੍ਰਾਪਤ ਹੋਵੇਗਾ। ਸਤਿਗੁਰ ਦੀ ਕਿਰਪਾ ਰਹਿਮਤ ਵਰਤੇਗੀ। ਆ ਢਾਲ ਸੰਭਾਲ ਕੇ ਰੱਖੀ, ਸਾਡੀ ਨਿਸ਼ਾਨੀ ਹੈ ਭੰਗਾਣੀ ਦੇ ਜੰਗ ਜੁੱਧ ਦੀ। ਹੁਣ ਸਤਿਗੁਰ ਦਾ ਪ੍ਰੋਤ ਹੈ ਭਾਈ ਦਇਆ ਰਾਮ, ਸਤਿਗੁਰ ਨੇ ਉਹਨੂੰ ਇਹ ਢਾਲ ਪ੍ਰਦਾਨ ਕਰਕੇ ਤੇ ਕਈ ਨਗਰਾਂ ਦੀ ਪਟੀ ਲਿਖ ਕੇ ਵੀ ਦਿੱਤੀ, ਪਟਾ ਲਿਖ ਕੇ ਦਿੱਤਾ ਨਗਰਾਂ ਦਾ। ਤੇ ਸਤਿਗੁਰੂ ਜੀ ਨੇ ਬੜੇ ਖੁਸ਼ ਹੋ ਕੇ ਇਦਾਂ ਦੇ ਵਰਦਾਨ ਦਿੱਤੇ, ਇਦਾਂ ਦੇ ਸ਼ੁਭ ਬਚਨਾਂ ਦੇ ਨਾਲ ਨਿਵਾਜਿਆ। ਹੁਣ ਸਤਿਗੁਰੂ ਦੀ ਕਿਰਪਾ ਵਰਤੀ, ਭਾਈ ਦਇਆ ਰਾਮ ਪ੍ਰੋਤ ਬੜਾ ਖੁਸ਼ ਹੋਇਆ। ਉਹਨੇ ਸਤਿਗੁਰ ਤੋਂ ਇਹ ਬਖਸ਼ਿਸ਼ਾਂ ਪ੍ਰਾਪਤ ਕਰਕੇ ਆਪਣੇ ਆਪ ਨੂੰ ਬਹੁਤ ਵੱਡਾ ਮਹਾਨ ਸਮਝਿਆ, ਕਿਉਂਕਿ ਉਹ ਮਨੁੱਖ ਮਹਾਨ ਹੈ, ਗੁਰਸਿੱਖ ਮਹਾਨ ਹੈ, ਜਿਹੜਾ ਸਤਿਗੁਰ ਦੇ ਸਨਮੁਖ ਰਹਿ ਕੇ ਸਤਿਗੁਰ ਦੀ ਆਗਿਆ ਵਿੱਚ ਚੱਲਦਾ, ਸਤਿਗੁਰ ਦੇ ਹੁਕਮ ਨੂੰ ਮੰਨਦਾ, ਗੁਰੂ ਸਤਿਗੁਰ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰਦਾ, ਉਹ ਮਨੁੱਖ ਧਨਤਾ ਜੋਗ ਹੈ। ਹੁਣ ਉਪਰੰਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਦਾਂ ਕਾਫੀ ਸਿੱਖਾਂ ਨੂੰ ਵੱਡੇ ਵੱਡੇ ਨਾਮ ਦਿੱਤੇ, ਬਖਸ਼ਿਸ਼ਾਂ ਰਹਿਮਤਾਂ ਕੀਤੀਆਂ, ਬੇਅੰਤ ਹੀਰੇ ਧਨ ਦੌਲਤ ਜਵਾਹਰਾਤ ਪ੍ਰਦਾਨ ਕੀਤੇ। ਤੇ ਸਤਿਗੁਰ ਦੇ ਸਨਮੁਖ ਵੱਡੇ ਰੂਪ ਦੇ ਵਿੱਚ ਦੀਵਾਨ ਸਜਣਾ ਕੀਤਾ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਸਿੱਖ ਪਹੁੰਚਦੇ ਆ
ਪਹੁੰਚ ਕੇ ਸਿੱਖ ਸਤਿਗੁਰ ਦਾ ਧੰਨਵਾਦ ਕਰਦੇ ਖੁਸ਼ੀ ਦੇ ਵਿੱਚ। ਉਹ ਆਪਣੇ ਆਪ ਝੂਮਦੇ ਨੇ, ਆਨੰਦ ਪ੍ਰਾਪਤ ਕਰਦੇ, ਸਤਿਗੁਰ ਨੂੰ ਬੇਨਤੀ ਕਰਦੇ, ਸਤਿਗੁਰ ਜੀ ਆ ਤੁਹਾਡੀ ਕਿਰਪਾ ਹੋ ਗਈ ਹੈ, ਤੁਹਾਡੀ ਬਖਸ਼ਿਸ਼ ਹੋ ਗਈ ਹੈ। ਕਹਿੰਦੇ ਅਸੀਂ ਤੁਹਾਡੇ ਕਿਰਪਾ ਦੇ ਨਾਲ ਫਤਿਹ ਪ੍ਰਾਪਤ ਕੀਤੀ। ਉਹ ਵੈਰੀ ਨੂੰ ਮੌਤ ਦੇ ਮੁਖ ਦੇ ਵਿੱਚ ਪਾ ਦਿੱਤਾ, ਮੌਤ ਦੇ ਘਾਟ ਉਤਾਰ ਦਿੱਤਾ ਤੇ ਫਤਿਹ ਸ਼ਾਹ ਆਪਣੀ ਜਾਨ ਬਚਾ ਕੇ ਭੱਜ ਗਿਆ, ਨੱਠ ਗਿਆ। ਸਤਿਗੁਰ ਜੀ ਤੁਸੀਂ ਕਿਰਪਾ ਕਰੋ ਤੇ ਕਹਿੰਦੇ ਅਸੀਂ ਆ ਸ਼੍ਰੀ ਨਗਰ ਨੂੰ ਵੀ ਜਿੱਤ ਲਈਏ, ਉਹਨਾਂ ਨੂੰ ਵੀ ਪ੍ਰਾਪਤ ਕਰ ਲਈਏ ਜੇ ਤੁਸੀਂ ਕਿਰਪਾ ਕਰੋ। ਸ਼੍ਰੀ ਨਗਰ ਦੀ ਗੱਲ ਤੇ ਇੱਕ ਪਾਸੇ ਕਹਿੰਦੇ ਇੱਥੇ ਨਜ਼ਦੀਕ ਬੁੜੀਆ ਪਿੰਡ ਹੈ, ਨਜ਼ਦੀਕ ਦਾਮਲਾ ਪਿੰਡ ਹੈ, ਉਹਨਾਂ ਨੂੰ ਵੀ ਜਿੱਤ ਲਈਏ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਆ ਬੁੜੀਆ ਪਿੰਡ ਉਹ ਹੈ ਸ਼੍ਰੀ ਨਗਰ ਦੇ ਨਜ਼ਦੀਕ, ਜਿੱਥੇ ਕਵੀ ਸੰਤੋਖ ਸਿੰਘ ਜੀ ਆਪ ਰਹਿ ਕੇ ਆਏ ਉਹ ਨਗਰ ਦੇ ਵਿੱਚ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਇਹ ਨਗਰ ਨੂੰ ਵੀ ਕਹਿੰਦੇ ਜਿੱਤ ਲਾਂਗੇ। ਸਿੱਖਾਂ ਦਾ ਕਹਿਣਾ ਸਤਿਗੁਰੂ ਜੀ ਹੁਕਮ ਕਰੋ ਅਸੀਂ ਉਹ ਪਾਪੀ ਨੂੰ ਵੀ ਮੌਤ ਦੇ ਘਾਟ ਉਤਾਰ ਦਈਏ। ਜਿਹੜਾ ਪਾਪੀ ਫਤਿਹ ਸ਼ਾਹ ਤੁਹਾਡੇ ਤੇ ਵੱਡੀ ਮਾੜੀ ਸੋਚ ਵਿਚਾਰ ਲੈ ਕੇ ਆਇਆ। ਸਤਿਗੁਰੂ ਜੀ ਸਭਨਾਂ ਦੀਆਂ ਗੱਲਾਂ ਸੁਣਦੇ ਬੜੇ ਆਨੰਦ ਵਿੱਚ ਆ, ਦੇਖ ਰਹੇ ਆ ਕਿ ਸਿੱਖਾਂ ਦਾ ਜੋਸ਼ ਜਜ਼ਬਾ ਦੇਖ ਰਹੇ ਆ। ਉਸ ਵੇਲੇ ਉਹ ਕਹਿੰਦੇ ਆ ਬੁੜੀਆ ਨਗਰ ਵੀ ਜਿੱਤ ਲਈਏ, ਦਾਮਲਾ ਨਗਰ ਵੀ ਜਿੱਤ ਲਈਏ। ਹੁਣ ਦਾਮਲਾ ਨਗਰ ਉਹ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ, ਜਿੱਥੋਂ ਦੇ ਇਹ 500 ਪਠਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਨੌਕਰੀ ਕਰਨ ਵਾਸਤੇ ਆਏ ਸਨ। ਬਾਅਦ ਵਿੱਚ ਇਹਨਾਂ ਨੇ ਜਿਵੇਂ ਭੀਖਨ ਖਾਂ, ਨਿਜਾਦ ਖਾਂ, ਰਿਆਦ ਖਾਂ, ਕਾਲੇ ਖਾਂ, ਇਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਾਅਦ ਵਿੱਚ ਧੋਖਾ ਦਿੱਤਾ ਸੀ। ਜਦੋਂ ਇਹ ਫੌਜ ਚੜ ਕੇ ਆਈ ਇਹ ਡਰ ਗਏ ਸਨ ਕਿ ਸਤਿਗੁਰ ਦਾ ਹੁਣ ਫਤਿਹ ਸ਼ਾਹ ਨੇ ਘਾਣ ਕਰ ਦੇਣਾ, ਗੁਰੂ ਸਤਿਗੁਰ ਜੀ ਨੂੰ ਲੁੱਟ ਲੈਣਾ। ਇਹਨਾਂ ਦੇ ਉੱਤੇ ਵੱਡੀ ਫੌਜ ਲਿਆ ਕੇ ਚਾੜ ਦਿੱਤੀ ਹੈ। ਉਹ ਮੂਰਖ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਨੂੰ ਜਾਣ ਨਹੀਂ ਸਕੇ। ਹੁਣ ਇਹ ਡਰਦੇ ਮਾਰੇ ਰਾਜਾ ਫਤਿਹ ਸ਼ਾਹ ਦੀ ਫੌਜ ਵਿੱਚ ਜਾ ਕੇ ਮਿਲ ਗਏ ਸਨ ਗੁਰੂ ਸਤਿਗੁਰ ਜੀ ਨੂੰ ਧੋਖਾ ਦੇ ਕੇ। ਤੇ ਇਹ ਜਿਹੜੀ ਨਗਰ ਦਾਮਲੇ ਨਗਰ ਦੇ 500 ਪਠਾਨਾਂ ਦੀ ਫੌਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਨੌਕਰੀ ਕਰਨ ਵਾਸਤੇ ਪੀਰ ਬੁੱਧੂ ਸ਼ਾਹ ਦੇ ਕਹਿਣ ਵਾਸਤੇ ਆਏ ਸਨ, ਕਹਿਣ ਤੇ ਆਏ ਸਨ ਇੱਥੇ। ਤੇ ਹੁਣ ਇਹ ਕਹਿੰਦੇ ਦਾਮਲਾ ਨਗਰ ਵੀ ਜਿੱਤ ਲੈਨੇ ਆ, ਇੱਥੋਂ ਦੇ ਕਾਫੀ ਪਠਾਨ ਫੌਜਦਾਰ ਨੇ, ਫੌਜ ਹੈ, ਕਾਫੀ ਸੂਰਵੀਰ ਵੀ ਹੈ, ਇਹਨਾਂ ਨੂੰ ਵੀ ਜਿੱਤ ਲੈਨੇ ਜੇ ਤੁਸੀਂ ਕਿਰਪਾ ਕਰਦੇ ਹੋ। ਹੁਣ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖਿਆ ਇਹਨਾਂ ਵਿੱਚ ਜਜ਼ਬਾ ਬਹੁਤ ਹੈ, ਜੋਸ਼ ਬਹੁਤ ਹੈ, ਬੜੇ ਆਪਣੇ ਆਪ ਦੇ ਵਿੱਚ ਇਹ ਜੋਸ਼ ਨਾਲ ਭਰ ਚੁੱਕੇ ਆ। ਸਤਿਗੁਰ ਨੇ ਬਚਨ ਕੀਤੋ ਸਿੱਖੋ ਜਰਾ ਆਪਣਾ ਜੋਸ਼ ਸੰਭਾਲ ਕੇ ਰੱਖੋ। ਨਹੀਂ ਸਤਿਗੁਰ ਜੀ ਤੁਸੀਂ ਕਿਰਪਾ ਕਰੋ, ਆ ਪੌਂਟਾ ਸਾਹਿਬ ਦੀ ਧਰਤੀ ਤੋਂ ਲੈ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੱਕ ਜਿੰਨਾ ਵੀ ਕਿਲਾ ਇਲਾਕਾ ਇਹ ਸਾਰਾ ਲਾਹੌਰ ਹੈ, ਦਿੱਲੀ ਤਖਤ ਹੈ, ਜਿੱਤ ਲੈਨੇ ਆ। ਕਿਰਪਾ ਕਰੋ ਹੁਕਮ ਕਰ ਦਿਓ ਤੁਸੀਂ, ਤੁਹਾਡੇ ਹੁਕਮ ਦੀ ਇੱਕ ਲੋੜ ਹੈ, ਇਸ਼ਾਰੇ ਦੀ ਲੋੜ ਹੈ। ਸਤਿਗੁਰ ਨੇ ਦੇਖਿਆ ਬੜਾ ਮਨ ਵਿੱਚ ਜੋਸ਼ ਹੈ। ਸਤਿਗੁਰ ਜੀ ਨੇ ਵਿਚਾਰ ਕੀਤੀ, ਕਹਿੰਦੇ ਇਸ ਜੋਸ਼ ਕਰਕੇ ਅੱਗੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰਨੀਆਂ। ਸਤਿਗੁਰ ਨੇ ਉੱਚੀ ਆਵਾਜ਼ ਵਿੱਚ ਗਰਜ ਕੇ ਆਖਿਆ, ਸਿੱਖੋ ਅੱਗੇ ਸਮਾਂ ਆਵੇਗਾ, ਤੁਹਾਨੂੰ ਇਹਨਾਂ ਪਾਪੀਆਂ ਦੇ ਨਾਲ ਲੜਨ ਦਾ ਮੌਕਾ ਦੇਵਾਂਗੇ। ਇਹਨਾਂ ਪਾਪੀਆਂ ਤੋਂ ਫਤਿਹ ਪ੍ਰਾਪਤ ਕਰਕੇ ਜੰਗ ਮੈਦਾਨ ਦੇ ਵਿੱਚ ਵੱਡੇ ਪੱਧਰ ਤੇ ਜੰਗਾਂ ਲੜਾਂਗੇ, ਫਤਿਹ ਪ੍ਰਾਪਤ ਕਰਾਂਗੇ। ਇਹਨਾਂ ਤੋਂ ਰਾਜ ਭਾਗ ਖੋ ਕੇ ਤੁਹਾਨੂੰ ਦੇਵਾਂਗੇ। ਇਸ ਸੰਸਾਰ ਦੇ ਵਿੱਚ ਖਾਲਸਾ ਪੰਥ ਦਾ ਰਾਜ ਹੋਵੇਗਾ, ਵੱਖਰਾ ਪੰਥ ਸਜਾਵਾਂਗੇ, ਬੇਅੰਤ ਵਿਚਾਰਾਂ ਕਰਾਂਗੇ। ਜਿਹੜੇ ਪਾਪੀ ਇਹ ਜਿਹੜੇ ਤੁਰਕ ਬਾਦਸ਼ਾਹ ਆਪਣੇ ਆਪ ਦੇ ਵਿੱਚ ਬਾਦਸ਼ਾਹ ਬਣੇ ਬੈਠੇ ਆ, ਹਕੂਮਤ ਕਾਇਮ ਕਰਦੇ ਆ, ਹਕੂਮਤ ਦੇ ਨਾਂ ਤੇ ਗਰੀਬਾਂ ਨਿਮਾਣਿਆਂ ਨਿਤਾਣਿਆਂ ਤੇ ਅਨੇਕ ਪ੍ਰਕਾਰ ਦਾ ਇਦਾਂ ਦਾ ਵਿਚਾਰ ਅਤਿਆਚਾਰ ਕਰਦੇ ਆ।
ਇਹਨਾਂ ਨੂੰ ਬਣਦੀ ਸਜ਼ਾ ਦੇ ਕੇ ਅਸੀਂ ਆਪਣੇ ਆਪ ਕਹਿੰਦੇ ਇਹਨਾਂ ਤੋਂ ਰਾਜ ਪਾਕ ਹੋ ਕੇ ਆਪਣੇ ਸੇਵਕਾਂ ਦੇ ਵਿੱਚ ਲੁਟਾ ਦੇਵਾਂਗੇ, ਵਰਤਾ ਦੇਵਾਂਗੇ। ਉਹ ਖਾਲਸੇ ਦਾ ਰਾਜ ਹੋਵੇਗਾ। ਇਹ ਫਿਰ ਕਹਿੰਦੇ ਸਿੱਖਾਂ ਦੇ ਕੋਲ ਪਾਣੀ ਭਰਨਗੇ, ਭਾਵ ਨੌਕਰੀਆਂ ਕਰਨਗੇ, ਸਿੱਖਾਂ ਕੋਲ ਮਾਮਲੇ ਦਿਆ ਕਰਨਗੇ। ਇਦਾਂ ਦਾ ਰਾਜ ਪਾਕ ਦੇਣ ਨੂੰ ਅਸੀਂ ਤਿਆਰ ਹਾਂ। ਪਰ ਕਹਿੰਦੇ ਸਮਾਂ ਆਵੇਗਾ, ਸਮਾਂ ਲੱਗੇਗਾ। ਉਹ ਕਾਰਜ ਨੂੰ, ਕੋਈ ਵੀ ਕੰਮ ਹੈ ਜਿਹੜੇ ਕਾਰਜ ਦੇ ਵਿੱਚ ਪ੍ਰਾਪਤੀ ਕਰਨੀ ਹੈ, ਸ਼ੁਭ ਪ੍ਰਾਪਤੀ ਕਰਨੀ, ਉਹਦਾ ਸੁੱਖ ਮਾਨਣਾ, ਆਨੰਦ ਮਾਨਣਾ, ਉਹਦਾ ਸਮਾਂ ਜ਼ਰੂਰ ਆਉਂਦਾ। ਸਤਿਗੁਰੂ ਜੀ ਕਹਿੰਦੇ ਅੱਜ ਦੁੱਖ ਪਿਆ, ਸਮਾਂ ਬਤੀਤ ਹੋਵੇਗਾ, ਸੁੱਖ ਬਣ ਕੇ ਆਵੇਗਾ, ਆਨੰਦ ਬਣਨਗੇ, ਸਤਿਗੁਰੂ ਦੀ ਕਿਰਪਾ ਰਹਿਮਤ ਵਰਤੇਗੀ। ਜੇਕਰ ਸੁੱਖ ਪ੍ਰਾਪਤ ਹੋਇਆ ਤੇ ਕਹਿੰਦੇ ਸਮਾਂ ਪਾ ਕੇ ਦੁੱਖ ਵੀ ਆਵੇਗਾ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਸੁੱਖ ਦੁੱਖ ਦੋਏ ਕਰ ਕੱਪੜੇ ਪਹਿਰੇ ਜਾਏ ਮਨੁੱਖ। ਕਹਿੰਦੇ ਸੁੱਖ ਤੇ ਦੁੱਖ ਦੋ ਕੱਪੜਿਆਂ ਦੀ ਤਰ੍ਹਾਂ ਮਨੁੱਖ ਨੂੰ ਪਹਿਨਣੇ ਪੈਂਦੇ ਆ, ਪ੍ਰਾਪਤੀ ਕਰਨੀ ਪੈਂਦੀ ਹੈ। ਜਿਵੇਂ ਤਨ ਦੇ ਉੱਤੇ ਕੱਪੜੇ ਪਹਿਨੀਦੇ ਆ, ਕਹਿੰਦੇ ਮਜਬੂਰੀ ਹੈ ਤਨ ਦੇ ਨਗਨ ਨੂੰ ਢਕਣ ਵਾਸਤੇ ਕੱਪੜਾ ਪਹਿਨਣਾ, ਤੇ ਸਤਿਗੁਰੂ ਜੀ ਕਹਿੰਦੇ ਇਹ ਕੱਪੜਾ ਪਹਿਨਣਾ ਪੈਂਦਾ। ਇਸ ਤਰ੍ਹਾਂ ਸੰਸਾਰ ਦੇ ਵਿੱਚ ਦੁੱਖ ਤੇ ਸੁੱਖ ਰੂਪੀ ਕੱਪੜੇ ਪਹਿਨਣੇ ਪੈਂਦੇ ਆ। ਪਰਮਾਤਮਾ ਦਾ ਹੁਕਮ ਹੈ, ਰਜਾ ਏ ਪਰਮਾਤਮਾ ਦੀ, ਇਹਨਾਂ ਨੂੰ ਹੰਡਾਉਣਾ ਪੈਣਾ। ਕਿਸੇ ਪ੍ਰਕਾਰ ਮਨੁੱਖ ਭਾਵੇਂ ਕਿੰਤੂ ਪਰੰਤੂ ਕਰੇ, ਜਾਂ ਫਿਰ ਖੁਸ਼ੀ ਖੁਸ਼ੀ ਇਹਨਾਂ ਦੁੱਖਾਂ ਤੇ ਸੁੱਖਾਂ ਦੀ ਪ੍ਰਾਪਤੀ ਕਰੇ, ਜਾਂ ਕਿੰਤੂ ਪਰੰਤੂ ਕਰੇ। ਕਹਿੰਦੇ ਮਨੁੱਖ ਦੇ ਕਰਨ ਤੇ ਕਹਿਣ ਦੇ ਵਿੱਚ ਕੁਝ ਨਹੀਂ ਹੋਣਾ। ਇਹ ਤੇ ਜਿਵੇਂ ਪ੍ਰਮਾਤਮਾ ਦਾ ਹੁਕਮ ਹੈ, ਜਿਵੇਂ ਪ੍ਰਮਾਤਮਾ ਦੀ ਰਜ਼ਾ ਹੈ, ਉਹਦੇ ਮੁਤਾਬਕ ਵਿਚਰਨਾ। ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਜੇਕਰ ਇਦਾਂ ਦੁੱਖ ਆਇਆ ਤੇ ਸੁੱਖ ਵੀ ਹੋਵੇਗਾ, ਸੁੱਖ ਆਇਆ ਤੇ ਦੁੱਖ ਵੀ ਹੋਵੇਗਾ। ਜਿੰਨਾ ਚਿਰ ਜੀਵਨ ਚੱਲਦਾ, ਜੀਵਨ ਦੇ ਵਿੱਚ ਉਤਰਾ ਚੜਾ ਬਣੇ ਰਹਿਣਗੇ, ਅਨੇਕ ਪ੍ਰਕਾਰ ਦੀਆਂ ਵਿਚਾਰਾਂ ਬਣੀਆਂ ਰਹਿਣਗੀਆਂ। ਸਤਿਗੁਰੂ ਜੀ ਕਹਿੰਦੇ ਹੁਣ ਉਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੱਖਾਂ ਤੋਂ ਇਦਾਂ ਦੀਆਂ ਜੋਸ਼ ਭਰੀਆਂ ਗੱਲਾਂ ਸੁਣ ਕੇ ਬੜੇ ਖੁਸ਼ ਹੋ ਰਹੇ ਨੇ। ਸਤਿਗੁਰੂ ਜੀ ਖੁਸ਼ੀ ਖੁਸ਼ੀ ਵਿੱਚ ਉਹਨਾਂ ਸਿੱਖਾਂ ਨੂੰ ਸਿਰੋਂ ਪਾਏ ਵੱਡੇ ਵੱਡੇ ਨਾਮ ਦਿੰਦੇ, ਮਹਿੰਗੇ ਮਹਿੰਗੇ ਵਸਤਰ ਸ਼ਾਸਤਰ ਦਿੰਦੇ ਨੇ। ਸਤਿਗੁਰੂ ਜੀ ਘੋੜੇ ਦਾਨ ਕਰੀ ਜਾਂਦੇ ਨੇ। ਹੁਣ ਇਹ ਕਹਿ ਲਈਏ ਦਾਨ ਦੇ ਭੰਡਾਰੇ ਖੁੱਲ ਗਏ ਪਾਉਂਟਾ ਸਾਹਿਬ ਦੀ ਧਰਤੀ ਤੇ। ਉਹ ਦਾਨ ਦੇ ਭੰਡਾਰੇ ਵੀ ਇਦਾਂ ਦੇ ਖੁੱਲੇ, ਕੋਈ ਮਾੜੀ ਮੋਟੀ ਭੇਟ ਨਹੀਂ। ਹੀਰੇ ਜਵਰਾਤ, ਸੋਨੇ ਚਾਂਦੀ, ਮਹਿੰਗੇ ਮਹਿੰਗੇ ਦੁਸਾਲੇ, ਵਸਤਰ ਸ਼ਾਸਤਰ, ਮਾਇਆ ਧਨ ਦੌਲਤ, ਘੋੜੇ, ਹੋਰ ਜਿੰਨੀਆਂ ਵਸਤਾਂ ਨੇ ਉਹ ਸਾਰੀਆਂ ਸਤਿਗੁਰੂ ਜੀ ਸਿੱਖਾਂ ਦੇ ਵਿੱਚ ਲੁਟਾਈ ਜਾ ਰਹੇ ਨੇ। ਜਿਵੇਂ ਕਿਸੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੋਵੇ, ਉਹ ਖੁਸ਼ੀ ਦੇ ਮਾਹੌਲ ਦੇ ਵਿੱਚ ਕਹਿੰਦੇ ਘਰ ਦਾ ਮਾਲਕ ਇਹ ਨਹੀਂ ਦੇਖਦਾ ਕਿ ਅੱਜ ਦੇ ਦਿਨ ਕਿਸੇ ਪ੍ਰਕਾਰ ਘਾਟਾ ਪੈਂਦਾ ਜਾਂ ਵਾਧਾ ਪੈਂਦਾ, ਹਾਨੀ ਹੈ ਜਾਂ ਨੁਕਸਾਨ ਹੈ। ਉਹ ਖੁਸ਼ੀ ਦੇ ਮਾਹੌਲ ਦੇ ਵਿੱਚ ਖੁਸ਼ੀ ਅੰਦਰ ਇੰਨਾ ਖੁਸ਼ ਹੁੰਦਾ ਕਿ ਕਹਿੰਦੇ ਆਪਣਾ ਆਪ ਧਰਤੀ ਤੇ ਪੈਰ ਨਹੀਂ ਲੱਗਦਾ। ਖੁਸ਼ੀ ਦੇ ਵਿੱਚ ਗਰੀਬਾਂ ਦੇ ਵਿੱਚ ਦਾਨ ਪੁੰਨ ਕਰਦਾ, ਧਨ ਦੌਲਤ ਲਟਾਉਂਦਾ, ਅਨੇਕ ਪ੍ਰਕਾਰ ਦੀਆਂ ਵਿਚਾਰਾਂ ਕਰਦਾ, ਨੱਚਦਾ ਗਾਉਂਦਾ ਏ। ਹੁਣ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਹਨਾਂ ਦੇ ਮਨ ਵਿੱਚ ਬੜੀ ਖੁਸ਼ੀ ਹੈ ਕਿ ਅੱਜ ਸਿੱਖਾਂ ਨੇ ਪ੍ਰਾਪਤੀ ਕੀਤੀ, ਫਤਿਹ ਪ੍ਰਾਪਤ ਕੀਤੀ, ਭੰਗਾਣੀ ਦੇ ਜੰਗ ਯੁੱਧ ਵਿੱਚੋਂ ਜਿੱਤੇ ਨੇ। ਤੇ ਸਤਿਗੁਰੂ ਜੀ ਖੁਸ਼ੀ ਖੁਸ਼ੀ ਵਿੱਚ ਬੇਅੰਤ ਧਨ ਦੌਲਤ ਲੁਟਾਈ ਜਾ ਰਹੇ ਨੇ। ਤੇ ਨਾਲ ਦੀ ਨਾਲ ਸਤਿਗੁਰੂ ਜੀ ਸ਼ੁਭ ਉਪਦੇਸ਼ ਦਿੰਦੇ ਹੋ, ਸਿੱਖੋ ਬਈ ਬਾਣੀ ਵਿੱਚ ਜੁੜੇ ਰਹੋ, ਬਾਣੀ ਬਾਣੇ ਦੇ ਆਦੀ ਬਣੇ ਰਹੋ, ਸਿੱਖੀ ਤੋਂ ਮੁਨਕਰ ਨਾ ਹੋਇਓ, ਤੁਹਾਡੇ ਤੇ ਕਿਰਪਾ ਬਣੀ ਰਹੇਗੀ। ਜੋ ਕੁਝ ਚਾਹੋਗੇ ਪ੍ਰਾਪਤ ਹੋਵੇਗਾ, ਪਰ ਸਿੱਖੀ ਦੇ ਅੰਦਰ ਤੁਹਾਨੂੰ ਪ੍ਰਾਪਤੀ ਕਰਨੀ ਪੈਣੀ। ਸਿੱਖੀ ਦੇ ਜੀ ਅੰਦਰ ਜੀਵਨ ਢਾਲਣਾ ਪੈਣਾ। ਸਿੱਖੀ ਸਿੱਖਿਆ ਗੁਰ ਵਿਚਾਰ, ਸਤਿਗੁਰ ਦੀ ਕਿਰਪਾ ਰਹਿਮਤ ਇਦਾਂ ਪ੍ਰਾਪਤੀ ਕਰਨੀ ਪੈਣੀ ਹੈ। ਫਿਰ ਕਹਿੰਦੇ ਆਨੰਦ ਹੀ ਆਨੰਦ ਹੈ, ਖੁਸ਼ੀ ਹੀ ਖੁਸ਼ੀ ਹੈ। ਭਾਵੇਂ
ਸਿੱਖੀ ਦੀ ਵਿਚਾਰ ਇਦਾਂ ਦੀ ਹੈ ਜਿਵੇਂ ਕਿਸੇ ਵਿਦਵਾਨ ਲੋਕ ਨੇ ਆਖਿਆ, ਭਲੇ ਪੁਰਸ਼ ਨੇ ਆਖਿਆ, ਉਹ ਕਹਿੰਦਾ ਸਿੱਖੀ ਕਿੱਦਾਂ ਦੀ ਹੈ? ਸਤਿਗੁਰ ਦੀ ਸਿੱਖੀ ਇਦਾਂ ਦੀ ਹੈ ਜਿਵੇਂ ਕਹਿੰਦੇ ਨਾਰੀਅਲ ਦਾ ਫਲ ਹੈ। ਮੰਨ ਲਓ ਨਾਰੀਅਲ ਦਾ ਫਲ ਬਾਹਰੋਂ ਬਹੁਤ ਸਖਤ ਹੁੰਦਾ, ਉਹਦਾ ਖੋਲ ਬਹੁਤ ਸਖਤ, ਜਿਵੇਂ ਹੁਣ ਬਾਹਰੋਂ ਬੜਾ ਸਖਤ ਹੈ, ਪਰ ਜਦੋਂ ਘਾਲਣਾ ਘਾਲ ਕੇ ਅੰਦਰ ਗਿਰੀ ਤੱਕ ਪਹੁੰਚੇ, ਉਹ ਜਿਹੜੀ ਗਿਰੀ ਹੈ ਜਦੋਂ ਪ੍ਰਾਪਤ ਹੋਈ, ਹੁਣ ਜਿੰਨਾ ਸਖਤ ਖੋਲ ਨੂੰ ਤੋੜਦੇ ਭੰਨਦੇ ਗਿਰੀ ਤੱਕ ਘਾਲਣੀ ਪਈ ਨਾ, ਪਹੁੰਚਦੇ ਉਹ ਜਦੋਂ ਗਿਰੀ ਦਾ ਆਨੰਦ ਪ੍ਰਾਪਤ ਹੋਇਆ, ਸੁੱਖ ਪ੍ਰਾਪਤ ਹੋਇਆ, ਉਹ ਸਾਰੀ ਘਾਲੀ ਦਾ ਜਿੰਨਾ ਵੀ ਦੁੱਖ ਸੀ ਤਕਲੀਫ ਸੀ ਉਹ ਵਿਸਰ ਗਿਆ, ਭੁੱਲ ਗਿਆ, ਕਿਉਂਕਿ ਆਨੰਦ ਹੀ ਇੰਨਾ ਪ੍ਰਾਪਤ ਹੋਇਆ, ਇੰਨੀ ਖੁਸ਼ੀ ਪ੍ਰਾਪਤ ਹੋਈ, ਸਤਿਗੁਰ ਦੀ ਕਿਰਪਾ ਹੋਈ। ਫਿਰ ਕਹਿੰਦੇ ਗਿਰੀ ਨੂੰ ਪ੍ਰਾਪਤ ਕਰਕੇ ਖੁਸ਼ੀ ਪ੍ਰਾਪਤ ਹੋਈ। ਉਹ ਜਿੰਨੀ ਵੀ ਘਾਲੀ ਸੀ, ਜਿੰਨਾ ਔਖਾ ਲੱਗਿਆ ਸੀ, ਓਨਾ ਹੀ ਸੌਖਾ ਲੱਗਣਾ ਸ਼ੁਰੂ ਹੋ ਗਿਆ। ਸਤਿਗੁਰ ਦੀ ਕਿਰਪਾ ਵਰਤ ਗਈ। ਇਸੇ ਤਰ੍ਹਾਂ ਸਿੱਖੀ ਭਾਵੇਂ ਸਾਨੂੰ ਦੇਖਣ ਨੂੰ ਇਉਂ ਲੱਗਦੀ ਜਿਵੇਂ ਨਾਰੀਅਲ ਦਾ ਫਲ ਹੋਵੇ, ਉਹ ਨਾਰੀਅਲ ਦਾ ਫਲ ਘਾਲਣ ਲੱਗੇ, ਅੰਮ੍ਰਿਤ ਵੇਲੇ ਨਿਤਨੇਮ ਬਣਾਉਣ ਲੱਗੇ, ਸਤਿਗੁਰ ਦੀ ਮਰਿਆਦਾ ਵਿੱਚ ਚੱਲਣ ਲੱਗੇ, ਦੁੱਖ ਲੱਗਦਾ ਥੋੜਾ ਜਿਹਾ, ਸਾਨੂੰ ਇਦਾਂ ਲੱਗਦਾ ਕਿ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਣਾ, ਨੀਂਦ ਤਿਆਗੀ ਨਹੀਂ ਜਾਣੀ, ਇਸ਼ਨਾਨ ਕੀਤਾ ਨਹੀਂ ਜਾਣਾ, ਮਰਿਆਦਾ ਵਿੱਚ ਰਿਹਾ ਨਹੀਂ ਜਾਣਾ, ਫੋਲੋ ਕੀਤਾ ਨਹੀਂ ਜਾਣਾ, ਇਹ ਲੱਗਦਾ ਸਾਨੂੰ। ਪਰ ਜਦੋਂ ਜਿਉਂ ਹੌਲੀ ਘਾਲਨੇ ਆ, ਸਤਿਗੁਰ ਦੀ ਕਿਰਪਾ ਤਿਉਂ ਵਰਤਦੀ ਜਾਂਦੀ, ਫਿਰ ਕਹਿੰਦੇ ਆਨੰਦ ਵੀ ਆਉਣਾ ਸ਼ੁਰੂ ਹੋ ਜਾਂਦਾ। ਫਿਰ ਤਿਉਂ ਮਨ ਦੇ ਵਿੱਚ ਸਤਿਗੁਰ ਦੀ ਗੁਰਬਾਣੀ ਵੀ ਚੰਗੀ ਲੱਗਣ ਲੱਗ ਪੈਂਦੀ, ਰਸ ਆਉਣਾ ਸ਼ੁਰੂ ਹੋ ਜਾਂਦਾ, ਸਿਮਰਨ ਕਰਨਾ ਵੀ ਚੰਗਾ ਲੱਗਦਾ, ਸਤਿਗੁਰ ਦੀ ਸੰਗਤ ਕਰਨੀ ਵੀ ਚੰਗੀ ਲੱਗਦੀ, ਮਨ ਨੂੰ ਇੱਕ ਵੱਖਰਾ ਜਿਹਾ ਸਵਾਦ ਪ੍ਰਾਪਤ ਹੋ ਜਾਂਦਾ, ਆਨੰਦ ਪ੍ਰਾਪਤ ਹੋ ਜਾਂਦਾ, ਵੱਖਰੀ ਜੀ ਖੁਸ਼ੀ ਮਸਤੀ ਪ੍ਰਾਪਤ ਹੋ ਜਾਂਦੀ ਹੈ। ਇਹ ਕਹਦੇ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਨਾਮ ਦੀ ਫਿਰ ਖੁਮਾਰੀ ਚੜੀ ਰਹਿੰਦੀ, ਮਨ ਮਸਤੀ ਵਿੱਚ ਝੂਮਦਾ ਰਹਿੰਦਾ ਹੈ। ਇਹ ਆਨੰਦ ਹੈ ਤੇ ਸਤਿਗੁਰ ਦੀ ਫਿਰ ਕਿਰਪਾ ਬਣ ਜਾਂਦੀ, ਗਿਰੀ ਰੂਪੀ ਪਹੁੰਚਣ ਦਾ ਆਨੰਦ ਪ੍ਰਾਪਤ ਹੋ ਜਾਂਦਾ। ਤੇ ਕਹਿੰਦੇ ਫਿਰ ਜਿੰਨੀ ਘਾਲੀ ਸੀ ਉਹ ਘਾਲਣਾ ਸਾਰੀ ਵਿਸਰ ਗਈ, ਭੁੱਲ ਗਈ, ਸਤਿਗੁਰ ਦੀ ਕਿਰਪਾ ਵਰਤ ਗਈ। ਫਿਰ ਦੇ ਅੱਗੇ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ। ਜਿੰਨਾ ਨਾਮ ਜਪੀ ਚੱਲੋ, ਬਾਣੀ ਪੜ੍ਹੀ ਚੱਲੋ, ਸਤਿਗੁਰ ਦੀ ਸੇਵਾ ਕਰੀ ਚੱਲੋ, ਓਨਾ ਹੀ ਮਨ ਨੂੰ ਖੁਸ਼ੀ ਹੈ। ਸਤਿਗੁਰ ਦੀ ਕਿਰਪਾ ਹੈ, ਸਤਿਗੁਰ ਦੀ ਬਖਸ਼ਿਸ਼ ਵਰਤਦੀ ਹੈ। ਤਾਂ ਤੇਰੋ ਵਿਚਾਰ ਸਤਿਗੁਰ ਜੀ ਕਹਿੰਦੇ ਇਦਾਂ ਸਿੱਖੀ ਦਾ ਆਨੰਦ ਹੈ ਭਾਈ, ਜਿੰਨਾ ਸਤਿਗੁਰ ਦੇ ਸਨਮੁਖ ਘਾਲਾਂਗੇ, ਆਨੰਦ ਤਿੰਨਾ ਹੀ ਵਧੇਰੇ ਕਰਕੇ ਪ੍ਰਾਪਤ ਹੋਵੇਗਾ। ਸਤਿਗੁਰ ਦੀ ਕਿਰਪਾ ਹੋਵੇਗੀ। ਜਿਵੇਂ ਕਹਿ ਦਿੰਦੇ ਜਿੰਨਾ ਮਿੱਠਾ ਪਾਈ ਚੱਲੋ ਉਨਾ ਰਸ ਬਣੀ ਜਾਵੇਗਾ। ਇਸੇ ਤਰ੍ਹਾਂ ਜਿੰਨੇ ਬਾਣੀ ਦੇ ਜਾਪ ਕਰੀ ਚੱਲੋ, ਸਿਮਰਨ ਕਰੀ ਚੱਲੋ, ਸਤਿਗੁਰ ਦੀ ਸੇਵਾ ਕਰੀ ਚੱਲੋ, ਉਨਾ ਹੀ ਆਨੰਦ ਬਣਦਾ ਜਾਵੇਗਾ। ਸਤਿਗੁਰ ਦੀ ਕਿਰਪਾ ਰਹਿਮਤ ਬਣਦੀ ਜਾਵੇਗੀ। ਉਸ ਵੇਲੇ ਸਤਿਗੁਰ ਨੇ ਹੁਕਮ ਕੀਤਾ, ਸਿੱਖੋ ਬਾਣੀ ਔਰ ਬਾਣੀ ਵਿੱਚ ਪ੍ਰਪੱਕ ਰਿਓ, ਗੁਰੂ ਨਾਨਕ ਦੇ ਦਰ ਕਰ ਤੋਂ ਕਦੇ ਬੇਮੁਖ ਨਾ ਹੋਇਓ। ਤੇ ਜੇਕਰ ਬੇਮੁਖ ਹੁੰਨੇ ਵੀ ਆ ਤੇ ਫਿਰ ਸਤਿਗੁਰ ਦੀ ਗੁਰਬਾਣੀ ਪਤਾ ਕੀ ਕਹਿੰਦੀ? ਸਤਿਗੁਰ ਦੀ ਗੁਰਬਾਣੀ ਕਹਿੰਦੀ, ਬੇਮੁਖ ਹੋਏ RAM ਤੇ ਲਗਨ ਜਨਮ ਵਿਜੋਗ, ਖਿਨ ਮੈਂ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ। ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਵਿੱਚ ਜੇਕਰ ਕੋਈ ਮਨੁੱਖ ਸਤਿਗੁਰ ਤੋਂ ਬੇਮੁਖ ਹੁੰਦਾ, ਉਹ ਬੇਮੁਖ ਹੁੰਦਾ ਸੰਸਾਰ ਦੇ ਕਾਰਾਂ ਵਿਹਾਰਾਂ ਪਿੱਛੇ ਲੱਗ ਕੇ, ਸੰਸਾਰ ਦੀ ਮਾਇਆ ਧਨ ਦੌਲਤ ਪਿੱਛੇ ਲੱਗ ਕੇ, ਧੀਆਂ ਪੁੱਤਰਾਂ ਪਿੱਛੇ ਲੱਗ ਕੇ। ਸਤਿਗੁਰੂ ਜੀ ਕਹਿੰਦੇ ਯਾਦ ਰੱਖਿਓ ਪਿਆਰਿਆ, ਜਿਨ੍ਹਾਂ ਧੀਆਂ ਪੁੱਤਰਾਂ ਧਨ ਦੌਲਤ ਮਾਇਆ ਇਹਨਾਂ ਸੰਸਾਰ ਦੇ ਝੂਠੇ ਧੰਦਿਆਂ ਪਿੱਛੇ ਲੱਗ ਕੇ ਤੂੰ ਸਤਿਗੁਰ ਤੋਂ ਵਿਛੜਿਆ, ਬੇਮੁਖ ਹੋਇਆ। ਸਤਿਗੁਰੂ ਜੀ ਕਹਿੰਦੇ ਖਿਨਮੇ ਕੌੜੇ ਹੋਏ ਗਏ। ਇੱਕ ਖਿਨ ਦੇ ਵਿੱਚ ਸਭ ਕੁਝ ਕੌੜੇ ਹੋ ਜਾਣੇ ਜਿਨ੍ਹਾਂ ਨੂੰ ਮਿੱਠੇ ਕਰਕੇ ਸਮਝਿਆ। ਜਿਤੜੇ ਮਾਇਆ ਭੋਗ, ਜਿੰਨੇ ਵੀ ਮਾਇਆ ਦੇ ਭੋਗ ਭੋਗਣਾ ਏ, ਇਹ ਸਾਰੇ ਇੱਕ ਦਿਨ ਕਹਿੰਦੇ ਕੌੜੇ ਸਾਬਤ ਹੋਣਗੇ। ਯਾਦ ਰੱਖੀ
ਫਿਰ ਕਹਿੰਦੇ ਸਮਾਂ ਬਤੀਤ ਹੋ ਜਾਣਾ, ਲੰਘਿਆ ਸਮਾਂ ਹੱਥ ਨਹੀਂ ਆਉਣਾ ਮੁੜ ਕੇ, ਪਹਿਲਾਂ ਹੀ ਵਿਚਾਰ ਕਰ ਲਾ। ਸਤਿਗੁਰੂ ਜੀ ਕਹਿੰਦੇ ਪਹਿਲਾਂ ਹੀ ਸਮਝ ਕੇ ਚੱਲ ਪਾ। ਉਸ ਵਕਤ ਕਹਿੰਦੇ ਬੇਮੁਖ ਨਾ ਹੋਇਓ ਗੁਰੂ ਸਤਿਗੁਰ ਨੂੰ, ਗੁਰੂ ਨਾਨਕ ਦੇ ਦਰਕਾਰ ਦਾ ਪੱਲਾ ਨਾ ਛੱਡਿਓ, ਸਤਿਗੁਰ ਦੀ ਪ੍ਰਾਪਤੀ ਕਰਿਓ। ਸਿੱਖਾਂ ਨੂੰ ਉਪਦੇਸ਼ ਦਿੰਦੇ ਆ, ਕਹਿੰਦੇ ਅੱਗੇ ਜਾ ਕੇ ਤੁਹਾਨੂੰ ਅਸੀਂ ਸਰਦਾਰੀਆਂ ਬਖਸ਼ਾਂਗੇ, ਵੱਡੇ ਵੱਡੇ ਕਹਿੰਦੇ ਰੁਤਬੇ ਪ੍ਰਦਾਨ ਕਰਾਂਗੇ। ਆ ਹੁਣ ਤੇ ਤੁਹਾਨੂੰ ਹੀਰੇ ਜਵਰਾਤ, ਸੋਨੇ ਚਾਂਦੀ, ਬੇਅੰਤ ਇਦਾਂ ਦੇ ਇਨਾਮ ਦੇ ਨਾਲ ਨਿਵਾਜਿਆ। ਅੱਗੇ ਕਹਿੰਦੇ ਇਨਾਮ ਵੱਖਰੇ ਹੋਣਗੇ, ਸਰਦਾਰੀਆਂ ਹੋਣਗੀਆਂ, ਤੁਹਾਡਾ ਸੰਸਾਰ ਦੇ ਵਿੱਚ ਵੱਖਰਾ ਰੁਤਬਾ ਕਾਇਮ ਹੋਵੇਗਾ, ਵੱਖਰੀ ਪਦਵੀ ਪ੍ਰਾਪਤ ਹੋਵੇਗੀ। ਤੁਹਾਡੇ ਕੋਲੇ ਜਿਹੜੇ ਲੋਕ ਹੈ ਹੁਣ ਦੇ ਪਾਪੀ ਲੋਕ ਹੈ, ਇਹ ਤੁਹਾਡੇ ਕੋਲ ਮਾਮਲਾ ਭਰਿਆ ਕਰਨਗੇ, ਤੁਹਾਡੇ ਸਨਮੁਖ ਕਹਿੰਦੇ ਹਕੂਮਤ ਵਿੱਚ ਚੱਲਿਆ ਕਰਨਗੇ। ਉਸ ਵਕਤ ਕਹਿੰਦੇ ਸਿੱਖੀ ਇਦਾਂ ਦੀ ਸੰਸਾਰ ਵਿੱਚ ਪ੍ਰਫੁੱਲਤ ਕਰਾਂਗੇ, ਸਿੱਖੀ ਦੀਆਂ ਗੱਲਾਂ ਪਿਆ ਹੋਇਆ ਕਰਨਗੀਆਂ। ਇਦਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਉਚਾਰਨ ਕੀਤੇ। ਉਸ ਵੇਲੇ ਸਿੱਖਾਂ ਨੇ ਸੁਣ ਕੇ ਮਨ ਦੇ ਵਿੱਚ ਖੁਸ਼ੀ ਪ੍ਰਾਪਤ ਕੀਤੀ। ਉਹ ਕਹਿੰਦੇ ਆ, ਉਹਨਾਂ ਨੂੰ ਯਕੀਨ ਵੀ ਹੈ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਰਨ ਕਾਰਨ ਨੂੰ ਸਮਰੱਥਕ ਨੇ, ਜੋ ਗੱਲ ਕਹਿੰਦੇ ਆ ਉਹ ਜ਼ਰੂਰ ਹੁੰਦੀ, ਉਹ ਪੂਰੀ ਜ਼ਰੂਰ ਕਰਦੇ ਆ। ਉਸ ਗੱਲ ਦੇ ਵਿੱਚ ਆਨੰਦ ਪ੍ਰਾਪਤ ਹੁੰਦਾ, ਖੁਸ਼ੀ ਪ੍ਰਾਪਤ ਹੁੰਦੀ ਹੈ। ਤੇ ਸਤਿਗੁਰੂ ਜੀ ਜਿਹੜੀ ਗੱਲ ਨੂੰ ਕਹਿ ਦੇਣ ਉਹ ਜ਼ਰੂਰ ਹੋਵੇਗੀ, ਤੇ ਜਿਹੜੇ ਗੱਲ ਵਿੱਚ ਸਤਿਗੁਰੂ ਜੀ ਹਾਮੀ ਨਾ ਭਰਨ, ਉਹ ਗੱਲ ਸੰਸਾਰ ਦੇ ਲੋਕ ਜਿੰਨਾ ਮਰਜ਼ੀ ਯਤਨ ਕਰ ਲੈਣ, ਪੂਰੀ ਕਰਨ ਵਾਸਤੇ ਕਦਾਚਿਤ ਪੂਰੀ ਨਹੀਂ ਹੋ ਸਕਦੀ। ਦੁਨੀਆ ਦੀ ਕੋਈ ਤਾਕਤ ਨਹੀਂ ਕਿ ਸਤਿਗੁਰ ਦੇ ਬਚਨ ਨੂੰ ਭੁਆ ਸਕੇ, ਮਿਟਾ ਸਕੇ, ਫੇਰ ਸਕੇ, ਨਹੀਂ ਕੋਈ ਇਦਾਂ ਦਾ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਵੱਡੇ ਰੂਪ ਦੇ ਵਿੱਚ ਭੜਿਆ ਭਰਿਆ ਪੰਡਾਲ, ਵੱਡੇ ਰੂਪ ਦੇ ਵਿੱਚ ਵੱਡਾ ਇਕੱਠ ਸਤਿਗੁਰ ਦੇ ਬਚਨਾਂ ਨੂੰ ਸਰਵਣ ਕਰ ਰਿਹਾ ਪਾਉਂਟਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਚਾਰ ਕੀਤੀ। ਹੁਣ ਸਤਿਗੁਰ ਨੇ ਸਿੱਖਾਂ ਦਾ ਜੋਸ਼ ਵੇਖਿਆ, ਜਜ਼ਬਾ ਵੇਖਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕੀਤੇ, ਉਹ ਸਿੱਖੋ ਕਹਿੰਦੇ ਬਈ ਹੁਣ ਇਉਂ ਕਰੋ, ਵੱਡਾ ਪੰਡਾਲ ਸਜਿਆ, ਵੱਡੀ ਸੰਗਤ ਜੁੜੀ ਹੈ, ਵੱਡੇ ਪੱਧਰ ਤੇ ਇਸ ਅਸਥਾਨ ਤੇ ਅਸੀਂ ਇਸ ਖਾਲਸੇ ਪੰਥ ਦਾ ਜਿਹੜਾ ਕਾਇਮ ਰੁਤਬਾ ਪ੍ਰਦਾਨ ਕਰ ਦਿੱਤਾ। ਕਹਿੰਦੇ ਹੁਣ ਇੱਥੇ ਫਤਿਹ ਦੇ ਝੰਡੇ ਗੱਡ ਦਿੱਤੇ ਗਏ ਨੇ। ਹੁਣ ਇਉਂ ਕਰੋ, ਕਹਿੰਦੇ ਬਾਕੀ ਦੀ ਅਗਲੀ ਵਿਚਾਰ, ਅਗਲਾ ਆਨੰਦ ਆਪਾਂ ਆਨੰਦਪੁਰ ਦੀ ਧਰਤੀ ਤੇ ਪ੍ਰਾਪਤ ਕਰੀਏ, ਉੱਥੇ ਚੱਲ ਕੇ ਅਗਲੀਆਂ ਵਿਚਾਰਾਂ ਪ੍ਰਾਪਤ ਕਰੀਏ। ਜਿਹੜੇ ਵੱਡੇ ਵੱਡੇ ਕਾਰਜ ਕਰਨੇ ਆਨੰਦਪੁਰ ਦੀ ਧਰਤੀ ਤੇ ਆਨੰਦ ਮਾਣਦੇ, ਉਹ ਕਾਰਜ ਕਰੀਏ। ਹੁਣ ਸਤਿਗੁਰ ਨੇ ਬਚਨ ਕੀਤੇ ਅਚਨਚੇਤ, ਕਹਿੰਦੇ ਫਿਰ ਇਉਂ ਕਰੋ, ਹੁਣ ਜਿੰਨਾ ਵੀ ਸਾਜੋ ਸਮਾਨ ਹੈ ਉਹ ਬੰਨੋ, ਤਿਆਰੀ ਕਰੋ। ਵੱਡੇ ਵੱਡੇ ਊਠਾਂ ਦੇ ਉੱਤੇ, ਘੋੜਿਆਂ ਦੇ ਉੱਤੇ, ਖੱਚਰਾਂ ਦੇ ਉੱਤੇ ਸਮਾਨ ਲੱਦੋ, ਜੋ ਵੀ ਹੈ। ਕਹਿੰਦੇ ਇੱਥੋਂ ਲੱਦ ਕੇ ਆਓ, ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਚੱਲ ਕੇ ਉੱਥੇ ਜਿਹੜੇ ਵੱਡੇ ਵੱਡੇ ਕਾਰਜ ਉਹਨਾਂ ਨੂੰ ਅੰਜਾਮ ਦਈਏ, ਵੱਡੀਆਂ ਵੱਡੀਆਂ ਵਿਚਾਰਾਂ ਪ੍ਰਾਪਤ ਕਰੀਏ। ਉੱਥੇ ਦੀਵਾਨ ਸਜਾ ਕੇ ਸੰਗਤਾਂ ਦੇ ਵਿੱਚ ਇਸੇ ਤਰ੍ਹਾਂ ਵੱਖਰਾ ਜੋਸ਼, ਵੱਖਰਾ ਆਨੰਦ ਪ੍ਰਦਾਨ ਕਰੀਏ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਦਾਂ ਹੁਕਮ ਕੀਤਾ। ਉਸ ਵੇਲੇ ਸਿੱਖਾਂ ਦੇ ਮਨ ਦੇ ਵਿੱਚ ਜਦੋਂ ਆਨੰਦਪੁਰ ਦੇ ਧਰਤੀ ਦਾ ਨਾਮ ਲਿਆ ਤੇ ਵੈਸੇ ਹੀ ਆਨੰਦ ਪ੍ਰਾਪਤ ਹੋ ਗਿਆ, ਖੁਸ਼ੀ ਪ੍ਰਾਪਤ ਹੋ ਗਈ, ਜਜ਼ਬਾ ਪ੍ਰਾਪਤ ਹੋ ਗਿਆ, ਵੱਖਰੀ ਮਸਤੀ ਚੜ੍ਹ ਗਈ ਮਨ ਦੇ ਵਿੱਚ। ਆਨੰਦਪੁਰ ਦੀ ਧਰਤੀ ਦਾ ਨਾਮ ਲੈਣ ਤੇ ਆਨੰਦ ਪ੍ਰਾਪਤ ਹੋਣੇ ਸ਼ੁਰੂ ਹੋ ਜਾਂਦੇ। ਇੱਕ ਵੱਖਰਾ ਮਨ ਨੂੰ ਇਦਾਂ ਦਾ ਸਕੂਨ ਪ੍ਰਾਪਤ ਹੁੰਦਾ, ਆਨੰਦ ਪ੍ਰਾਪਤ ਹੁੰਦਾ, ਜਿਹੜਾ ਕਹਿਣ ਤੋਂ, ਕਥਨ ਕਰਨ ਤੋਂ ਪਰੇ ਹੈ। ਹੁਣ ਸਤਿਗੁਰ ਨੇ ਬਚਨ ਕੀਤੇ, ਚਲੋ ਤਿਆਰੀ ਕਰੋ ਭਾਈ। ਜੇਕਰ ਸਾਜੋ ਸਮਾਨ ਚੁੱਕ ਕੇ ਲਿਜਾਣ ਵਾਸਤੇ ਘੋੜੇ, ਖੱਚਰ, ਊਠ ਘੱਟ ਪੈਂਦੇ ਨੇ ਤੇ ਜਾਓ ਨਗਰਾਂ ਦੇ ਲੋਕਾਂ ਨੂੰ ਸਾਡੇ ਵੱਲੋਂ ਬੇਨਤੀ ਕਰਕੇ ਮੰਗਵਾ ਕੇ ਲੈ ਕੇ ਆਓ। ਇੱਥੇ ਆ ਕੇ ਉਹ ਸਾਡੀ ਮਦਦ ਕਰਨ, ਇੱਥੋਂ ਦਾ ਜਿੰਨਾ ਵੀ ਸਾਜੋ ਸਮਾਨ ਹੈ ਸਿਰ ਤੇ ਚੁੱਕ ਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੱਕ ਲੈ ਕੇ ਜਾਣ।
ਉਸ ਵਕਤ ਇਹ ਬਚਨ ਕੀਤੇ। ਹੁਣ ਜਿਹੜੇ ਸਤਿਗੁਰਾਂ ਦੇ ਅਰਨ ਪਿਆਰੇ ਸਿੱਖ ਸੇਵਕ ਆ ਉਹ ਗਏ ਨਗਰਾਂ ਵਿੱਚ, ਜਾ ਕੇ ਨਗਰਾਂ ਦੇ ਲੋਕਾਂ ਨੂੰ ਬੇਨਤੀ ਕਰਦੇ ਹੋ ਸਤਿਗੁਰ ਨੇ ਤੁਹਾਨੂੰ ਇਦਾਂ ਕਿਹਾ, ਬਚਨ ਕਹੇ ਨੇ, ਚਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਚੱਲ ਕੇ ਸਤਿਗੁਰ ਦੀ ਹੈਲਪ ਕਰੋ ਇਸ ਕਾਰਜ ਦੇ ਵਿੱਚ। ਉਸ ਵਕਤ ਸਿੱਖਾਂ ਨੇ ਤੁਰੰਤ ਤਿਆਰੀਆਂ ਕੀਤੀਆਂ, ਤੰਬੂ ਜਿਹੜੇ ਸੰਭਾਲ ਲੈਣਾ ਕੀਤੇ ਨੇ। ਪਾਉਂਟਾ ਸਾਹਿਬ ਦੀ ਧਰਤੀ ਤੇ ਹੁਣ ਮੋਹਰ ਲਾ ਚੁੱਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਇਹ ਆਪਣੇ ਪਾਵਨ ਪਵਿੱਤਰ ਚਰਨਾਂ ਦੀ ਮੋਹਰ ਲਾ ਚੱਲੇ ਨੇ, ਇਸ ਧਰਤੀ ਨੂੰ ਪੂਜਣ ਯੋਗ ਬਣਾ ਚੱਲੇ ਨੇ। ਕਿਉਂਕਿ ਗੁਰਬਾਣੀ ਦਾ ਫਰਮਾਨ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਕਹਿੰਦੇ ਉਹ ਥਾਨ ਉਹ ਧਰਤੀ ਭਾਗਾਂ ਵਾਲੀ ਜਿੱਥੇ ਸਤਿਗੁਰ ਨੇ ਚਰਨ ਪਾ ਦੇਣਾ ਕੀਤੇ ਨੇ। ਹੁਣ ਇਹ ਚਰਨਾਂ ਦੀ ਗੱਲ ਤੇ ਇੱਕ ਪਾਸੇ ਰਹੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਪੱਕੇ ਡੇਰੇ ਲਾਤੇ, ਕਿਲੇ ਬਣਾਤੇ, ਕਿਲੇ ਉਸਾਰ ਦਿੱਤੇ। ਇਹ ਜਮਨਾ ਦੀ ਨਦੀ ਤੇ ਸਤਿਗੁਰ ਨੇ ਬਖਸ਼ਿਸ਼ਾਂ ਰਹਿਮਤਾਂ ਕਰ ਦਿੱਤੀਆਂ, ਜੰਗਲਾਂ ਵਿੱਚ ਮੰਗਲ ਲਾ ਦਿੱਤੇ। ਜਿੱਥੇ ਕੋਈ ਮਨੁੱਖ ਆਉਣ ਤੋਂ ਡਰਦਾ ਸੀ ਉੱਥੇ ਅੱਜ ਵੱਡੀਆਂ ਬਹੀਰਾਂ ਘੱਤਦੇ ਗੁਰੂ ਦੇ ਸਿੱਖ, ਗੁਰੂ ਦੇ ਸੇਵਕਾਂ ਨੂੰ ਪਿਆਰੇ ਕਹਿੰਦੇ ਪਹੁੰਚ ਕੇ ਸਤਿਗੁਰ ਦੀ ਬਖਸ਼ਿਸ਼ ਰਹਿਮਤ ਨੂੰ ਪ੍ਰਾਪਤ ਕਰਦੇ ਨੇ। ਉਸ ਵਕਤ ਤਿਆਰੀ ਕੀਤੀ ਗਈ ਅਨੰਦਪੁਰ ਸਾਹਿਬ ਦੇ ਵਿਖੇ ਪਹੁੰਚਣ ਦੀ, ਇੱਧਰ ਚੱਲਣ ਦੀ, ਰਸਤੇ ਨੂੰ ਵੱਡੇ ਲੰਮੇ ਰਸਤੇ ਨੂੰ ਤੈਅ ਕਰਨ ਦੀ ਵਿਚਾਰ ਕੀਤੀ ਤੇ ਸਤਿਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ। ਇਦਾਂ ਕਰਕੇ ਹੁਣ ਪਾਉਂਟਾ ਸਾਹਿਬ ਦੀ ਧਰਤੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਚਾਲੇ ਪਾਉਣ ਦਾ ਜੋ ਮਨ ਦੇ ਵਿੱਚ ਵਿਚਾਰ ਪ੍ਰਾਪਤ ਕਰਨਾ ਕੀਤਾ। ਇਦਾਂ ਸਤਿਗੁਰ ਦੀ ਕਿਰਪਾ ਵਰਤੀ। ਤਾਂ ਤੇ ਆਓ ਪਿਆਰੀ ਸੰਗਤ ਜੀਓ, ਕਥਾ ਵਿਚਾਰ ਦਾ ਜੋ ਸਮਾਂ ਸਮਾਪਤ ਹੋ ਚੁੱਕਿਆ, ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਸਤਿਗੁਰ ਜੀ ਕਿਵੇਂ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਸਤੇ ਵਿੱਚ ਬਖਸ਼ਿਸ਼ਾਂ ਰਹਿਮਤਾਂ ਵਰਤਾਉਂਦੇ ਜਾ ਰਹੇ ਨੇ, ਕੀ ਸਤਿਗੁਰ ਜੀ ਰਸਤੇ ਵਿੱਚ ਕੌਤਕ ਕਰਦੇ ਨੇ। ਹੁਣ ਵੱਡੀ ਗਿਣਤੀ ਵਿੱਚ ਸਤਿਗੁਰ ਦੇ ਸਿੱਖ ਸੂਰਮੇ ਆ ਜਿਹੜੇ ਬਹੁਤ ਖੁਸ਼ੀ ਦੇ ਵਿੱਚ ਹੈ। ਥਾਂ ਥਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਗੱਲਾਂ ਪਹੁੰਚ ਗਈਆਂ। ਇਦਾਂ ਦੀ ਵਿਚਾਰ ਪ੍ਰਾਪਤ ਹੋ ਗਈ ਕਿ ਭੰਗਾਣੀ ਦੀ ਜੰਗ ਜੁੱਤ ਵਿੱਚ ਸਤਿਗੁਰ ਜੀ ਨੇ ਸਿੱਖਾਂ ਸਮੇਤ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਫਤਿਹ ਪ੍ਰਾਪਤ ਕੀਤੀ। ਹੁਣ ਜਿਉਂ-ਜਿਉਂ ਪਤਾ ਲੱਗਦਾ ਤਿਉਂ-ਤਿਉਂ ਖੁਸ਼ੀਆਂ ਦੇ ਵਿੱਚ, ਆਨੰਦ ਦੇ ਵਿੱਚ ਸਿੱਖ ਸੰਗਤ ਸਤਿਗੁਰ ਦਾ ਧੰਨਵਾਦ ਪਏ ਕਰਦੀ ਹੈ। ਇਦਾਂ ਸਤਿਗੁਰ ਦੀ ਕਿਰਪਾ ਵਰਤੀ ਇੱਥੋਂ ਹੁਣ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਜਾ ਰਹੇ ਨੇ। ਕਿਵੇਂ ਕਰਕੇ ਰਸਤੇ ਵਿੱਚ ਬਖਸ਼ਿਸ਼ਾਂ ਕਰਦੇ, ਰਹਿੰਦੀ ਵਿਚਾਰ ਕੱਲ ਨੂੰ ਸਰਵਣ ਕਰਾਂਗੇ। ਆਓ ਅੱਜ ਦੀ ਵਿਚਾਰ ਇੱਥੋਂ ਤੱਕ ਪ੍ਰਵਾਨ ਕਰਨੀ। ਸਤਿਗੁਰੂ ਜੀ ਕਿਰਪਾ ਕਰਦੇ ਨੇ।